सत श्री अकाल जी। मैं आस करदा तुसी तंदुरुस्त होवोगे, ठीक ठाक होवोगे, चढ़दी कला च होवोगे। एक बारी फिर रूबरू हो रहे हैं। ये सिलसिला कुछ दिनों तक जारी रखना पऊगा। यदी वजह यह आ, आपदी गल जदों संगत च लैके जानी आ, लोकां ताईं लैके जानी आ, तो कुछ प्लेटफॉर्म हुंदे आ, उन्हां चों एक प्लेटफॉर्म सोशल मीडिया या कुछ इंटरव्यूज़ दे राहीं तुहाडे ताईं रूबरू हो जाने आ। सो गल जिथों अज आपां शुरू करनी है ना, भी पंजाब ते साडे लोक आपदी होंद दी लड़ाई लड़ रहे हैं। हुण होंद दी लड़ाई किसी खला चों तां प्रगट होई नहीं, किसी वैक्यूम चों तां आई नहीं। होंद दी लड़ाई लड़ी जा रही आ। उहदे लई सब तो पहलां बुनियादी कुछ गल्लां हुंदियां जिहड़ियां साडे लई समझणियां जरूरी आ। ਉਹ ਇਹ ਆ ਵੀ ਪੰਜਾਬ ਜਾਂ ਕਿਸੇ ਵੀ ਖਿੱਤੇ ਦਾ ਇੱਕ ਸੋਸ਼ਲ ਸਟਰਕਚਰ ਜਿਹੜਾ ਇੱਕ ਸਮਾਜ ਹੁੰਦਾ, ਉਹ ਕਿਸੇ ਨਾ ਕਿਸੇ ਕਦਰਾਂ ਕੀਮਤਾਂ ਤੇ ਖੜਾ ਹੁੰਦਾ, ਕਿਸੇ ਮਾਨਤਾਵਾਂ ਤੇ ਖੜਾ ਹੁੰਦਾ, ਜਿਹਨੂੰ ਅਸੀਂ ਉਸ ਸਮਾਜ ਦਾ ਵੈਲਿਊ ਸਿਸਟਮ ਕਹਿੰਦੇ ਆ। ਜਦੋਂ ਉਹ ਕਿਸੇ ਕਦਰਾਂ ਕੀਮਤਾਂ ਤੇ ਖੜਾ ਹੁੰਦਾ, ਸੋ ਉਹਨਾਂ ਕਦਰਾਂ ਕੀਮਤਾਂ ਦੇ ਆਧਾਰ ਤੇ ਹੀ ਉੱਥੋਂ ਦੇ ਇੰਸਟੀਟਿਊਟਸ ਕੰਮ ਕਰਦੇ ਆ, ਉੱਥੋਂ ਦੀ ਸੋਚ ਕੰਮ ਕਰਦੀ ਆ, ਉੱਥੇ ਇੱਕ ਸੱਭਿਆਚਾਰਕ ਹੋਂਦ ਪੈਦਾ ਹੁੰਦੀ ਆ ਤੇ ਇਹ ਸਭ ਇੱਕ ਸਮਾਜ ਬਣ ਕੇ ਫਿਰ ਮਨੁੱਖ ਘੜਦਾ, ਇੱਕ ਖਾਸ ਤਰ੍ਹਾਂ ਦੇ ਮਨੁੱਖ ਘੜਦਾ। ਜਿਵੇਂ ਕਿ ਸਾਡੇ ਖਿੱਤੇ 'ਚ ਅਸੀਂ ਜੇ ਕਦਰਾਂ ਕੀਮਤਾਂ ਦੀ ਗੱਲ ਕਰੀਏ ਤਾਂ ਸਾਡੀਆਂ ਕਦਰਾਂ ਕੀਮਤਾਂ ਸਾਡੇ ਰਹਿਬਰਾਂ ਤੋਂ, ਸਾਡੇ ਗੁਰੂਆਂ ਤੋਂ ਸਾਨੂੰ ਮਿਲੀਆਂ ਹੋਈਆਂ ਹਨਾ। ਸੋ ਉਹਨਾਂ ਕਦਰਾਂ ਕੀਮਤਾਂ ਦੇ ਆਧਾਰ ਤੇ ਹੀ ਸਾਨੂੰ ਇੱਕ ਖਾਸ ਤਰੀਕੇ ਨਾਲ ਸਾਨੂੰ ਸੁਭਾਅ ਮਿਲਦਾ, ਅਸੀਂ ਇੱਕ ਖਾਸ ਤਰ੍ਹਾਂ ਦੇ ਮਨੁੱਖ ਘੜੇ ਜਾਂਦੇ ਆ ਤੇ ਇਹਦੇ ਨਾਲ ਹੀ ਇੱਕ ਸਾਡੀ ਸੱਭਿਆਚਾਰਕ ਹੋਂਦ ਪੈਦਾ ਹੋ ਜਾਂਦੀ ਆ। ਹੁਣ ਜੇ ਉਹਨਾਂ ਕਦਰਾਂ ਕੀਮਤਾਂ ਤੇ ਪਹਿਲੀ ਗੱਲ ਤਾਂ ਅਸੀਂ ਕੰਪਰੋਮਾਈਜ਼ ਕਰਨ ਲੱਗ ਜਾਈਏ, ਸਮਝੌਤੇ ਕਰਨ ਲੱਗ ਜਾਈਏ, ਤਾਂ ਸਿੱਧੀ ਗੱਲ ਜਾ ਕੇ ਸਾਡੀ ਹੋਂਦ ਤੇ ਜੁੜਦੀ ਆ। ਫਿਰ ਆਪਦੀ ਹੋਂਦ ਦੀ ਲੜਾਈ ਲੜ ਰਹੇ ਆ। ਲੜਾਈ ਕੀ ਆ? ਲੜਾਈ ਆ ਹੋਂਦ ਦੀ। ਜਦੋਂ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਆ, ਲੜਾਈ ਉੱਥੇ ਵੀ ਹੋਂਦ ਦੀ ਆ। ਮਾਂ ਬੋਲੀ ਦੀ ਗੱਲ ਕਰਦੇ ਆ, ਲੜਾਈ ਉੱਥੇ ਵੀ ਹੋਂਦ ਦੀ ਆ। ਆਪਦੇ ਫਲਸਫਿਆਂ ਦੀ ਗੱਲ ਕਰਦੇ ਆ, ਲੜਾਈ ਉੱਥੇ ਵੀ ਹੋਂਦ ਦੀ ਆ। ਜਦੋਂ ਅਸੀਂ ਸਾਡੇ ਰਹਿਬਰਾਂ ਤੇ ਕੋਈ ਸਵਾਲ ਚੱਕਦਾ, ਸਾਡੇ ਗੁਰੂਆਂ ਤੇ ਸਵਾਲ ਚੱਕਦਾ, ਲੜਾਈ ਉੱਥੇ ਵੀ ਹੋਂਦ ਦੀ ਆ। ਸੋ ਇਹਦਾ ਮਤਲਬ ਹੋਂਦ ਦੀ ਲੜਾਈ ਬੜੇ ਫਰੰਟਾਂ ਤੇ ਲੜੀ ਜਾ ਰਹੀ ਆ। ਹੁਣ ਜੇ ਇਹਨਾਂ ਕਦਰਾਂ ਕੀਮਤਾਂ ਨੂੰ ਗਵਾ ਕੇ ਅਸੀਂ ਇਸ ਸਮਾਜ ਨੂੰ, ਇਹਦੀ ਬਣਤਰ ਨੂੰ, ਜਿਹੜੇ ਇੱਕ ਹਿਸਟੋਰੀਕਲ ਪ੍ਰੋਸੈਸ ਦੇ ਥਰੂ ਇਵੋਲਵ ਹੋ ਕੇ ਬਣਿਆ ਹੋਇਆ, ਇਹਨੂੰ ਅਸੀਂ ਤਾਂ ਨਹੀਂ ਬਣਾਇਆ। ਇਹ ਤਾਂ ਨਹੀਂ ਵੀ ਤੁਸੀਂ ਤੇ ਮੈਂ ਮਿੱਥ ਕੇ ਇਸ ਸਮਾਜ ਨੂੰ ਜਾਂ ਇਹੋ ਜਿਹਾ ਬਣਾਤਾ ਤੇ ਇਸ ਸੋਸ਼ਲ ਸਟਰਕਚਰ ਚੋਂ ਇੱਕ ਖਾਸ ਤਰ੍ਹਾਂ ਦੇ ਜਿਹੜੇ ਸੁਭਾਅ ਪੈਦਾ ਹੋਣ ਲੱਗ ਗਏ ਤੇ ਉਸ ਤਰ੍ਹਾਂ ਦੇ ਇਨਸਾਨ ਪੈਦਾ ਹੋਣ ਲੱਗ ਗਏ। ਇਹ ਤਾਂ ਨਹੀਂ ਆ। ਇਹ ਇੱਕ ਲੰਬਾ ਜਿਹੜਾ ਇਵੋਲਵ ਹੋਣ ਵਾਲਾ ਹਿਸਟੋਰੀਕਲ ਪ੍ਰੋਸੈਸ ਆ, ਉਹਦੇ ਵਿੱਚੋਂ ਇੱਕ ਕਦਰਾਂ ਕੀਮਤਾਂ ਉਸਰੀਆਂ, ਉਹਦੇ ਤੇ ਸਮਾਜ ਉਸਰਿਆ ਤੇ ਅਸੀਂ ਇੱਕ ਖਾਸ ਤਰ੍ਹਾਂ ਦੀ ਸੋਚ ਸਾਡੀ ਪੈਦਾ ਹੋਈ ਆ। ਹੁਣ ਅਸੀਂ ਲੜਾਈ ਕੀ ਲੜ ਰਹੇ ਹਾਂ? ਲੜਾਈ ਤਾਂ ਇਹੀ ਲੜ ਰਹੇ ਹਾਂ ਵੀ ਅਸੀਂ ਆਪਦੀ ਹੋਂਦ ਨੂੰ ਸਾਂਭ ਕੇ ਰੱਖੀਏ। ਅੱਜ ਜਿਹੜੀ ਨੇਸ਼ਨ ਸਟੇਟ ਆ ਜਾਂ ਦਿੱਲੀ ਹਨਾ, ਜਾਂ ਇਹ ਸਰਕਾਰਾਂ ਇਹ ਚਾਹੁੰਦੀਆਂ ਵੀ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਉਹਨਾਂ ਦੇ ਕਿਰਦਾਰ ਤੋਂ, ਉਹਨਾਂ ਦੇ ਗੁਰੂ 'ਚ ਭਰੋਸੇ ਤੋਂ ਤੇ ਉਹਨਾਂ ਦੇ ਜਿਹੜੇ ਫਲਸਫੇ ਆ, ਇਹਨਾਂ ਹਰ ਕਿਸੇ ਚੀਜ਼ ਤੋਂ ਦੂਰ ਕਰ ਦਿੱਤਾ ਜਾਵੇ। ਇਹਨਾਂ ਦੀ ਸੱਭਿਆਚਾਰਕ ਹੋਂਦ ਖਤਮ ਕਰਕੇ ਇਹਨਾਂ ਨੂੰ ਵੱਖਰੀ ਤਰ੍ਹਾਂ ਦੀ ਇੱਕ ਸਿਵਲਾਈਜੇਸ਼ਨ ਘੜ ਦਿਓ। ਇਹ ਤਾਂ ਉਹ ਚਾਹੁੰਦੇ ਆ। ਤੇ ਸਾਡੀ ਲੜਾਈ ਕੀ ਆ? ਸਾਡੀ ਲੜਾਈ ਇਹੀ ਆ ਵੀ ਇਹਦੇ ਖਿਲਾਫ ਅਸੀਂ ਆਪਦੀ ਰਿਜ਼ੈਂਟਮੈਂਟ, ਅਸੀਂ ਡਟ ਕੇ ਖੜੇ ਹੋ ਗਏ ਤੇ ਅਸੀਂ ਇਹ ਰੈਜ਼ਿਸਟੈਂਸ ਇਹਨਾਂ ਨੂੰ ਦੇ ਰਹੇ ਹਾਂ ਵੀ ਅਸੀਂ ਤੁਹਾਡੇ ਮਨੁੱਖੀ ਬੁੱਧੀ ਚੋਂ ਜਾਂ ਤੁਹਾਡੇ ਇੱਕ ਪੋਲੀਟੀਕਲ ਡਿਜ਼ਾਈਨ ਚੋਂ ਪੈਦਾ ਕੀਤੀ ਹੋਈ ਸੋਚ ਦੇ ਹਿਸਾਬ ਨਾਲ ਆਪਦੀ ਇੱਥੇ ਹੋਂਦ ਨਹੀਂ ਘੜਨੀ। ਸਾਡੀ ਜਿਹੜੀ ਹੋਂਦ ਆ ਉਹ ਸਾਡੇ ਫਲਸਫੇ ਚੋਂ, ਇਤਿਹਾਸ ਦੇ ਜਿਹੜੇ ਪੈਦਾ ਕੀਤੇ ਹੋਏ ਇੱਕ ਪ੍ਰੋਸੈਸ ਚੋਂ ਇਵੋਲਵ ਹੋ ਕੇ ਬਣੀ ਹੋਈ ਆ। ਇਹਦੇ ਤੇ ਅਸੀਂ ਕੋਈ ਸਮਝੌਤਾ ਨਹੀਂ ਕਰਨਾ। ਹੁਣ ਜਦੋਂ ਕੋਈ ਆਪਾਂ ਗੱਲ ਕਰਦੇ ਆ, ਚਾਹੇ ਸਾਡਾ ਕਿਸਾਨੀ ਸੰਘਰਸ਼ ਚੱਲ ਰਿਹਾ ਹੋਵੇ, ਕਿਸਾਨੀ ਸੰਘਰਸ਼ ਦੀ ਆੜ 'ਚ ਜੇ ਆਪਾਂ ਉਹਨਾਂ ਕਦਰਾਂ ਕੀਮਤਾਂ ਨੂੰ, ਉਹ ਕਦਰਾਂ ਕੀਮਤਾਂ ਜਿਹੜੀਆਂ ਪਵਿੱਤਰ ਆ, ਉਹਨਾਂ ਕਦਰਾਂ ਕੀਮਤਾਂ ਤੇ ਹੀ ਸਮਝੌਤੇ ਕਰਨ ਲੱਗ ਗਏ, ਫਿਰ ਗੱਲ ਖੜੂ ਕਿੱਥੇ ਜਾ ਕੇ? ਸੋ ਇਸ ਕਰਕੇ ਇੱਕ ਜਿਹੜਾ ਚੇਤਨ ਮਨੁੱਖ ਆ ਨਾ, ਜਿਵੇਂ ਸਾਨੂੰ ਵਾਹਿਗੁਰੂ ਨੇ ਜਾਂ ਇਹ ਕਹਿ ਲਓ ਵੀ ਅਕਾਲ ਪੁਰਖ ਨੇ ਸਾਜਿਆ, ਜਿਹੜਾ ਚੇਤਨ ਮਨੁੱਖ ਆ, ਜਿਹਦੀ ਜ਼ਿੰਮੇਵਾਰੀ ਆ ਵੀ ਉਹਨਾਂ ਕਦਰਾਂ ਕੀਮਤਾਂ ਨੂੰ ਸਾਂਭ ਕੇ ਰੱਖਣਾ, ਉਹ ਤਾਂ ਇਹ ਸੋਚੂਗਾ ਵੀ ਮੈਂ ਕਿਸ ਤਰ੍ਹਾਂ ਦੇ ਸਮਾਜ 'ਚ ਰਹਿ ਰਿਹਾ, ਇਹ ਸਮਾਜ ਕਿਸ ਤਰ੍ਹਾਂ ਦੇ ਮਨੁੱਖ ਘੜ ਰਿਹਾ ਤੇ ਇੱਥੇ ਸਾਨੂੰ ਕਿਵੇਂ ਵਿਚਰਨਾ ਚਾਹੀਦਾ। ਤੇ ਜੇ ਇਹ ਗੱਲਾਂ ਆਪਾਂ ਨਹੀਂ ਸੋਚਦੇ,
ਫਿਰ ਇੱਕ ਪੁਰਜੇ ਦੀ ਤਰ੍ਹਾਂ ਰਹੀ ਜਾਓ ਸਮਾਜ ਦੇ, ਜਿਹਦੀ ਆਪਦੀ ਕੋਈ ਸੋਝੀ ਨਹੀਂ, ਆਪਦੀ ਕੋਈ ਚੇਤਨਾ ਨਹੀਂ। ਸੋ ਇਸ ਤਰ੍ਹਾਂ ਤਾਂ ਮੈਨੂੰ ਐਂ ਲੱਗਦਾ ਵੀ ਸਾਡੇ ਗੁਰੂਆਂ ਨੇ ਸਾਨੂੰ ਰਹਿਣ ਲਈ ਨਹੀਂ ਆਖਿਆ, ਸਾਨੂੰ ਇੱਕ ਚੇਤਨ ਮਨੁੱਖ ਦੇ ਰੂਪ 'ਚ ਇੱਕ ਵਿਵੇਕ ਬਖਸ਼ਿਆ ਹਨਾ ਅਕਾਲ ਪੁਰਖ ਵਾਹਿਗੁਰੂ ਨੇ, ਤੇ ਉਸ ਵਿਵੇਕ ਤੋਂ ਅਸੀਂ ਸੋਚਦੇ ਹਾਂ। ਇਸੇ ਕਰਕੇ ਉਸ ਵਿਵੇਕ ਦੇ ਵਿੱਚੋਂ ਹੀ ਇਹ ਗੱਲ ਸਾਡੇ ਮਨਾਂ 'ਚ ਆਈ ਵੀ ਅਸੀਂ ਲੜਾਈ ਸਾਡੇ ਘਰਾਂ 'ਚ ਆ ਚੁੱਕੀ ਆ, ਲੜਾਈ ਸਾਡੀ ਹੋਂਦ ਦੀ ਆ, ਤੇ ਇਸ ਹੋਂਦ ਦੀ ਲੜਾਈ ਨੂੰ ਹੁਣ ਸਾਨੂੰ ਲਕੀਰ ਖਿੱਚ ਕੇ ਲੜਨਾ ਪਊਗਾ। ਇਸ ਗੱਲ ਨੂੰ ਸਮਝਣ ਲਈ ਇੱਕ ਹੋਰ ਗੱਲ ਸਮਝਣੀ ਬੜੀ ਜ਼ਰੂਰੀ ਆ, ਉਹ ਇਹ ਆ ਵੀ ਜਦੋਂ ਆਪਾਂ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਹਾਂ, ਕੱਲ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇਹ ਕੋਈ ਮਿੱਥ ਕੇ ਗੱਲ ਨਹੀਂ ਹੋਈ ਸੀ, ਇਹ ਗੱਲਾਂ 'ਚੋਂ ਗੱਲ ਨਿਕਲੀ ਸੀ ਵੀ ਸ਼ਹੀਦ ਦੀ ਪਰਿਭਾਸ਼ਾ ਕੀ ਆ, ਤੇ ਸਾਡੇ ਜਿਹੜੇ ਬੰਦੇ ਆਪਦੀਆਂ ਜਾਨਾਂ ਕੁਰਬਾਨ ਕਰ ਗਏ ਉੱਥੇ, ਜਿਹੜੇ ਆਪਦੀਆਂ ਜਾਨਾਂ ਵਾਰ ਗਏ, ਉਹਨਾਂ ਨੂੰ ਸਿਜਦਾ ਕਰਦੇ ਆ। ਇਹ ਤੁਸੀਂ ਕਿਵੇਂ ਕਿਆਸਾਈਆਂ ਲਾ ਲਈਆਂ, ਅੰਦਾਜ਼ੇ ਲਾ ਲਏ ਵੀ ਕਿਸਾਨੀ ਸੰਘਰਸ਼ ਮੇਰਾ ਸੰਘਰਸ਼ ਨਹੀਂ ਆ ਜਾਂ ਸਾਡਾ ਸੰਘਰਸ਼ ਨਹੀਂ ਆ। ਕਿਸਾਨੀ ਸੰਘਰਸ਼ ਮੈਂ ਵੀ ਓਨਾ ਹੀ ਜੁੜਿਆ ਹੋਇਆ ਜਿੰਨਾ ਪੰਜਾਬ ਦਾ ਹਰ ਮਨੁੱਖ, ਹਰ ਰੂਹ ਜੁੜੀ ਆ ਉਸ ਸੰਘਰਸ਼ ਨਾਲ। ਹਰ ਰੋਜ਼ ਕਿਸਾਨੀ ਸੰਘਰਸ਼ ਦੀ ਜਿੱਤ ਲਈ ਅਸੀਂ ਅਰਦਾਸ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਉੱਥੋਂ ਜਿੱਤ ਕੇ ਮੁੜ ਗਏ, ਔਰ ਇਹ ਵੀ ਅਰਦਾਸ ਕਰਦੇ ਹਾਂ ਵੀ ਬਾਜਾਂ ਵਾਲਿਓ ਤੁਹਾਡੀ ਅਗਵਾਈ 'ਚ ਸੰਘਰਸ਼ ਲੜ ਰਹੇ ਆ, ਤੇ ਹੁਣ ਜਿੱਤੇ ਬਿਨਾਂ ਮੁੜਿਆ ਵੀ ਨਹੀਂ ਜਾਣਾ। ਪਰ ਸਾਡੀ ਜਿਹੜੀ ਲੜਾਈ ਆ, ਜਿਹੜੀ ਹੋਂਦ ਦੀ ਲੜਾਈ ਆਪਾਂ ਲੜ ਰਹੇ ਹਾਂ, ਉਹ 3 ਕਾਨੂੰਨਾਂ ਤੱਕ ਸੀਮਤ ਤਾਂ ਨਹੀਂ ਆ, ਲੜਾਈ ਉਦੋਂ ਵੱਡੀ ਆ, ਇਹ ਸਾਨੂੰ ਪਤਾ। ਸੋ ਇਸ ਗੱਲ ਨੂੰ ਸਮਝ ਕੇ ਇਹ ਬਹੁਤ ਫਰੰਟਾਂ ਤੇ ਲੜਾਈ ਲੜੀ ਜਾ ਰਹੀ ਆ। ਇਹ ਕਿਆਸਾਈਆਂ ਤੇ ਅੰਦਾਜ਼ੇ ਲਾਉਣੇ ਬੰਦ ਕਰੋ ਵੀ ਦੀਪ ਸਿੱਧੂ ਦਾ ਕਿਸਾਨੀ ਸੰਘਰਸ਼ ਨਾਲ ਕੋਈ ਉਹਦੇ ਨਾਲ ਕਿਸੇ ਤਰ੍ਹਾਂ ਦਾ ਤਾਲਮੇਲ ਨਹੀਂ ਆ, ਜਾਂ ਕਿਸਾਨੀ ਸੰਘਰਸ਼ ਦੇ ਦੀਪ ਸਿੱਧੂ ਕੋਈ ਉਲਟ ਪੋਜੀਸ਼ਨ ਲੈ ਕੇ ਖੜਾ ਹੋ ਗਿਆ। ਇਹ ਤੁਹਾਨੂੰ ਕਿਹਨੇ ਕਹਿਤਾ? ਜੇਲਾਂ ਕੱਟੇ ਆਏ, ਤੁਹਾਡੇ ਨਾਲ ਸੜਕਾਂ ਤੇ ਤੰਬੂਆਂ ਤੇ ਬੈਠ ਗਏ, ਤੇ ਹਜੇ ਵੀ ਜੇ ਇਹ ਪ੍ਰੂਵ ਕਰਨਾ ਪਊਗਾ ਵੀ ਕਿਸਾਨੀ ਸੰਘਰਸ਼ ਨਾਲ ਮੇਰਾ ਕੋਈ ਨਾਤਾ ਜਾਂ ਮੇਰਾ ਕੋਈ ਤਾਲਮੇਲ ਨਹੀਂ ਆ, ਫਿਰ ਤਾਂ ਗੱਲ ਮੇਰੇ ਖਿਆਲ 'ਚ ਬੜੀ ਬਦਕਿਸਮਤੀ ਆ। ਤੇ ਇਹ ਉਹਨਾਂ ਬੰਦਿਆਂ ਲਈ ਬਦਕਿਸਮਤੀ ਦੀ ਗੱਲ ਆ ਜਿਹੜੇ ਬੰਦੇ ਸਮਝਣ ਨੂੰ ਤਿਆਰ ਨਹੀਂ, ਕਿਉਂਕਿ ਜਿਨ੍ਹਾਂ ਨੇ ਵਿਰੋਧ ਕਰਨਾ ਹੁੰਦਾ ਉਹਨਾਂ ਨੇ ਤਾਂ ਫਿਰ ਵਿਰੋਧ ਹੀ ਕਰਨਾ, ਉਹਨਾਂ ਨੇ ਇਹ ਗੱਲਾਂ ਨਹੀਂ ਸਮਝਣੀਆਂ ਹੁੰਦੀਆਂ। ਸੋ ਗੱਲ ਜਿੱਥੇ ਆ ਕੇ ਖੜੀ ਆ, ਦੇਖੋ ਜਦੋਂ ਸੰਘਰਸ਼ ਕਰੀਦਾ, ਸੰਘਰਸ਼ ਕਿਹਦੇ ਖਿਲਾਫ ਕਰ ਰਹੇ ਆ? ਸੰਘਰਸ਼ ਉਹ ਬੀਜੇਪੀ ਜਾਂ ਉਹ ਤਾਨਾਸ਼ਾਹ ਮੋਦੀ ਜਿਹੜਾ ਬੈਠਾ ਉਹਦੇ ਖਿਲਾਫ ਕਰ ਰਹੇ ਆ, ਇਸ ਸਟੇਟ ਦੀ ਇੱਕ ਆਰਗਨ ਦੇ ਖਿਲਾਫ, ਇੱਕ ਐਸਪੈਕਟ ਦੇ ਖਿਲਾਫ ਸੰਘਰਸ਼ ਕਰ ਰਹੇ ਆ। ਹੁਣ ਜੇ ਸੰਘਰਸ਼ ਕਰ ਰਹੇ ਆ ਤਾਂ ਅਸੀਂ ਸੰਘਰਸ਼ ਕਰਨ ਵਾਲੇ ਪਾਸੇ ਆਈਏ। ਜਿੱਦਾਂ ਦਿੱਲੀ ਨੂੰ ਜਾਣਾ ਹੋਇਆ, ਜਿੱਦਾਂ ਮਿੱਥ ਕੇ ਜਾਣਾ ਹੋਇਆ ਵੀ ਹੁਣ ਮੱਥੇ 'ਚ ਵੱਜਾਂਗੇ, ਸਿੱਧੀ ਜਾ ਕੇ ਟੱਕਰ ਲਵਾਂਗੇ, ਉਦਾਂ ਦੀਪ ਸਿੱਧੂ ਨੂੰ ਬੁਲਾ ਲਿਓ। ਦੀਪ ਸਿੱਧੂ ਸਾਹਮਣੇ ਤੇ ਮੂਹਰੇ ਖੜਾ ਹੋਊਗਾ। ਗਲਾਂ 'ਚ ਗੁਲਾਮੀ ਦੇ ਪੱਟੇ ਪਾ ਕੇ ਤਾਂ ਦੀਪ ਸਿੱਧੂ ਤੋਂ ਸੰਘਰਸ਼ ਨਹੀਂ ਕਰੇ ਜਾਂਦੇ। ਸੋ ਇਹੋ ਜਿਹਾ ਸੰਘਰਸ਼ ਮੈਨੂੰ ਨਹੀਂ ਆਉਂਦਾ ਵੀ ਗਲਾਂ 'ਚ ਗੁਲਾਮੀ ਦੇ ਪੱਟੇ ਪਾ ਲਈਏ ਉਹਨਾਂ ਦੇ, ਤੇ ਫਿਰ ਉਹਨਾਂ ਦੇ ਮੂਹਰੇ ਦਰਾਂ ਤੇ ਜਾ ਕੇ ਬਹਿ ਕੇ ਕਹੀਏ ਅਸੀਂ ਸੰਘਰਸ਼ ਕਰ ਰਹੇ ਹਾਂ। ਡਰਾਮੇ ਮੇਰੇ ਤੋਂ ਨਹੀਂ ਹੋ ਸਕਦੇ। ਕਿਉਂ? ਇਹ ਇੱਕ ਬੜੀ ਪੁਰਾਣੀ ਗੱਲ ਆ। ਜਦੋਂ ਇਸ ਸਾਰੇ ਸੰਘਰਸ਼ ਦੇ ਅਰਸੇ ਦੌਰਾਨ ਮੈਂ ਬੜੀਆਂ ਚੀਜ਼ਾਂ ਦੇਖੀਆਂ ਵੀ ਇੱਕ once I climb one mountain and I go on top of it and I see there are many more mountains which still or yet has to be climbed. ਸੋ ਗੱਲ ਇਹ ਆ ਵੀ ਇੱਕ ਪਹਾੜ ਚੜੋ ਤੇ ਫਿਰ ਗਾਂ ਹੋਰ ਦੇਖਦੇ ਆ ਵੀ ਬੜੇ ਚੋਟੀਆਂ ਤੇ ਪਹਾੜ ਪਏ ਆ ਜਿਨ੍ਹਾਂ ਨੂੰ ਹੋਰ ਚੜ੍ਹਨਾ ਪਊਗਾ, ਤੇ ਉਹਨਾਂ ਦੇ ਉੱਤੋਂ ਉਹਨਾਂ ਨੂੰ ਵੀ ਸਰ ਕਰਨਾ ਪਊਗਾ। ਸੋ ਸੰਘਰਸ਼ ਦੀ ਇੱਕ ਜਿਹੜੀ ਜਜ਼ਬਾ ਜਾਂ ਇਹਦਾ ਆਪਾਂ ਇਹ ਕਹਿ ਲਈਏ ਵੀ ਇਹਦਾ ਇੱਕ ਜਿਹੜਾ ਅਸੈਂਸ ਆ ਉਹ ਇਹੀ ਆ। ਇੱਥੇ ਕਿਸੇ ਇੱਕ ਪੌੜੀ ਤੇ ਚੜ੍ਹਦੇ ਆ, ਗਾਂ ਅਗਲੀ ਪੌੜੀ ਤਿਆਰ ਰਹਿੰਦੀ ਆ। ਪਰ ਇੱਕ ਵਾਰੀ ਇਹ ਗੱਲ ਵੀ ਮੈਂ ਕਿਸੇ ਸਿਆਣੇ ਮਨੁੱਖ ਤੋਂ, ਕਿਸੇ ਸਿਆਣੇ ਬੰਦੇ ਤੋਂ ਸੁਣੀ ਸੀ ਵੀ ਸੱਚ ਜਿਹੜਾ ਹੁੰਦਾ ਨਾ ਉਹ ਕੌੜਾ ਬਹੁਤ ਹੁੰਦਾ, ਪਰ ਸੱਚ ਜੇ ਇੰਨੀ ਸੌਖੇ ਤਰੀਕੇ ਨਾਲ ਹੀ ਜਿੱਤਣ ਲੱਗ ਗਿਆ, ਫਿਰ ਤਾਂ ਸਾਡੇ ਗੁਰੂਆਂ ਵੇਲੇ ਉਹ ਵੀ ਸੱਚ ਬੋਲਦੇ ਸੀ, ਫਿਰ ਤਾਂ ਜਿੱਤਣਾ ਬੜਾ ਆਸਾਨ ਸੀ। ਸੱਚ ਬੋਲਿਆ ਤੇ ਸੱਚ ਨੇ ਜਿੱਤ ਲਿਆ। ਸੱਚ ਨੂੰ ਜਿੱਤਣ ਲਈ ਬੜੇ ਲੰਬੇ ਸੰਘਰਸ਼ ਦੀ ਜ਼ਰੂਰਤ ਹੁੰਦੀ ਆ, ਤੇ ਸੱਚ ਨੇ ਬੜੇ ਲੰਬੇ ਸੰਘਰਸ਼ ਦੇ ਬਾਅਦ ਜਿੱਤਣਾ ਸੱਚ ਨਹੀਂ ਹੁੰਦਾ, ਖੜੇ ਸੱਚ ਤੇ ਹੀ ਆ। ਪਰ ਇਸ ਗ੍ਰਾਈਂਡ ਚੋਂ, ਇਸ ਦੌਰ ਚੋਂ ਨਿਕਲਣਾ ਵੀ ਇੱਕ ਸਾਡੇ ਲਈ ਇਮਤਿਹਾਨ ਆ ਜਿਹਦੇ ਚੋਂ ਨਿਕਲੀ ਜਾ ਰਹੇ ਆ। ਅੱਜ ਜਿੱਥੇ ਦੀਪ ਸਿੱਧੂ ਖੜਾ ਪੰਜਾਬ ਲਈ ਇੱਕ ਚੇਤਨ ਮਨੁੱਖ ਦੇ ਤੌਰ ਤੇ, ਇੱਕ ਗੱਲ ਮੈਂ ਤੁਹਾਨੂੰ ਅੱਜ ਲਾਈਵ 'ਚ ਆਪਦੇ ਇੱਕ ਸੈਸ਼ਨ 'ਚ ਇਹ ਦੱਸ ਰਿਹਾ, ਦੀਪ ਸਿੱਧੂ ਆਪਦੇ ਕੰਮ ਤੇ ਵਾਪਸ ਜਾ ਰਿਹਾ। ਫਿਲਮਾਂ ਵੀ ਬਣਾਵਾਂਗੇ ਪੰਜਾਬ ਦੇ ਲਈ, ਇੱਕ ਆਰਗੇਨਾਈਜੇਸ਼ਨ ਜਾਗਦੇ ਜ਼ਮੀਰਾਂ ਵਾਲੇ ਬੰਦਿਆਂ ਦੀ, ਉਹ ਵੀ ਤਿਆਰ ਕਰਕੇ ਉਹਨੂੰ ਲਾਂਚ ਕਰਾਂਗੇ ਥੋੜੇ ਦਿਨਾਂ 'ਚ। ਵਾਰਸ ਪੰਜਾਬ ਦੇ ਜਿਹੜੇ ਲੜਾਈ ਲੜਨਾ ਚਾਹੁੰਦੇ ਆ, ਜਿਹੜੇ ਹੋਂਦ ਦੀ ਲੜਾਈ ਲੜਨਾ ਚਾਹੁੰਦੇ ਆ, ਜਿਹੜੇ ਇਹ ਸੋਚਦੇ ਆ ਵੀ ਹੁਣ ਇਸ ਵਾਰੀ
ਫਲਾਨੀ ਪਾਰਟੀ 'ਚ ਜਾ ਕੇ ਇਹਨਾਂ ਬੰਦਿਆਂ ਦੇ ਮਗਰ ਲੱਗ ਜਾਓ ਜਾਂ ਫਲਾਨੇ ਬੰਦਿਆਂ ਨੂੰ ਲਾਓ, ਇਹਨਾਂ ਨੂੰ ਇਲੈਕਸ਼ਨਾਂ ਲੜਾ ਦਿਓ, ਉਹ ਕੁਝ ਠੀਕ ਹੋ ਜਾਊਗਾ। ਇਸ ਸਟਰਕਚਰ 'ਚੋਂ, ਇਸ ਐਗਜ਼ਿਸਟਿੰਗ ਸਟਰਕਚਰ 'ਚੋਂ ਜੇ ਸਾਨੂੰ ਇਹ ਲੱਗਦਾ ਵੀ ਅਸੀਂ ਕੁਝ ਠੀਕ ਕਰ ਲਾਂਗੇ ਜਾਂ ਇਸ ਐਗਜ਼ਿਸਟਿੰਗ ਸਟਰਕਚਰ ਨੂੰ ਸੁਧਾਰ ਲਾਂਗੇ, ਇਹ ਤਾਂ ਮੇਰੇ ਖਿਆਲ 'ਚ ਇਹਦੀਆਂ ਕੋਸ਼ਿਸ਼ਾਂ ਪਹਿਲਾਂ ਬਹੁਤ ਹੋ ਚੁੱਕੀਆਂ। ਸਾਡੇ ਤੋਂ ਸਿਆਣੇ ਬੰਦੇ ਇਹਦੀਆਂ ਕੋਸ਼ਿਸ਼ਾਂ ਕਰ ਚੁੱਕੇ ਆ। ਸਟਰਕਚਰ ਨਾ ਤਾਂ ਸੁਧਾਰਿਆ ਗਿਆ, ਨਾ ਇਸ ਸਟਰਕਚਰ 'ਚੋਂ ਸਾਨੂੰ ਸਾਡੇ ਸਮਾਜ ਦਾ, ਪੰਜਾਬ ਦਾ ਹੱਲ ਮਿਲਿਆ। ਇਸ ਸਟਰਕਚਰ ਨੂੰ ਭੰਨ ਕੇ ਇੱਕ ਨਵਾਂ ਸਟਰਕਚਰ ਸਿਰਜਣਾ ਪਊਗਾ ਜੇ ਪੰਜਾਬ ਦਾ ਹੱਲ ਚਾਹੀਦਾ। ਨਹੀਂ ਤਾਂ ਹਰ 5 ਸਾਲਾਂ ਬਾਅਦ ਤੁਹਾਡੇ ਕੋਲੇ ਇਲੈਕਸ਼ਨ ਆ ਜਾਇਆ ਕਰਦੇ ਆ, ਤੁਹਾਡੀ એનર્ਜੀ ਤੇ ਤੁਹਾਡਾ ਜਿਹੜਾ ਟਾਈਮ ਆ, ਤੁਹਾਡੇ ਰਿਸੋਰਸਿਸ ਆ, ਉੱਥੇ ਵੇਸਟ ਕਰਾ ਦਿੰਦੇ ਆ। ਪਿਛਲੀ ਵਾਰੀ ਆਮ ਆਦਮੀ ਪਾਰਟੀ ਦੇ ਮਗਰ ਲੱਗੇ ਰਹੇ, ਐਕਟੀ ਕਿਸੇ ਹੋਰ ਦੇ ਮਗਰ ਲੱਗ ਜਾਓ ਤੇ ਇਹ ਭਰਮ ਵੀ ਤੁਹਾਡੇ ਟੁੱਟ ਜਾਣਗੇ। ਦੇਖਦੇ ਆ ਆਉਣ ਵਾਲੀਆਂ ਚੋਣਾਂ 'ਚ ਤੁਹਾਡੇ ਪੱਲੇ ਕੀ ਪੈਣਾ। ਇਹਦਾ ਮਤਲਬ ਇਹ ਨਹੀਂ ਅਸੀਂ ਵੀ ਜ਼ੋਰ ਲਾਉਣਾ ਛੱਡ ਦਈਏ, ਪਰ ਇਹ ਆ ਵੀ ਜ਼ੋਰ ਕਿੰਨਾ ਕੁ ਲਾਉਣਾ ਉੱਥੇ ਸਾਨੂੰ ਇਹ ਤੈਅ ਕਰਨਾ ਪਊਗਾ। ਸੋ when once I heard this saying that a leader sometimes go off the flock and he goes in a new direction, confident of the aspect and the fact that he's gonna lead his people the right way. So ਗੱਲ ਇਹ ਆ, ਉਸ ਵੇਲੇ ਜਦੋਂ ਉਹ ਲੀਡਰ ਪਾਸੇ ਤੁਰਦਾ ਨਾ, ਜਾਂ ਉਹ ਕੋਈ ਬੰਦਾ ਜਿਹਦੇ ਕੋਲੇ ਥੋੜਾ ਬਹੁਤ ਵਿਜ਼ਨ ਆ, ਉਹ ਪਾਸੇ ਤੁਰਦਾ, ਉਸ ਵੇਲੇ ਉਹਦੀ ਸਮਝ ਨਹੀਂ ਆਉਂਦੀ ਹੁੰਦੀ। ਸਮਝ ਹੀ ਆਉਂਦੀ ਉਸ ਵੇਲੇ ਜਾ ਕੇ ਆ ਜਦੋਂ ਉਹਨੇ ਉੱਥੇ ਜਾ ਕੇ ਇੱਕ ਨਵਾਂ ਰਾਹ ਬਣਾਤਾ, ਨਵਾਂ ਰਾਹ ਬਣਾ ਕੇ ਉੱਥੇ ਮਿੱਥ ਸਿਰਜਤੇ। ਸੋ ਸਾਨੂੰ ਬੜੀਆਂ ਘਾਲਣੀਆਂ ਪੈਣੀਆਂ, ਆਪਦੀ ਲੀਡਰਸ਼ਿਪ ਪੈਦਾ ਕਰਨੀ ਪੈਣੀ ਆ। ਪੰਜਾਬ ਨੂੰ ਇੱਕ ਆਪਦੀ ਇਵੋਲਵ ਹੋ ਕੇ ਨਵੀਂ ਲੀਡਰਸ਼ਿਪ ਪੈਦਾ ਕਰਨੀ ਪੈਣੀ ਆ। ਉਹ ਲੀਡਰਸ਼ਿਪ ਸਾਡੇ ਸੋਸ਼ਲ ਸਟਰਕਚਰ ਦਾ ਵੀ ਧਿਆਨ ਰੱਖੂਗੀ, ਉਹ ਸਾਡੇ ਪੋਲੀਟੀਕਲ ਸਟਰਕਚਰ ਦਾ ਵੀ ਧਿਆਨ ਰੱਖੂਗੀ। ਉਹਨਾਂ ਨੇ ਸਾਡੀ ਪੰਥਕ ਲੀਡਰਸ਼ਿਪ ਵੀ ਪੈਦਾ ਕਰਨੀ ਪੈਣੀ ਆ। ਅਦਰਵਾਈਜ਼ ਇੱਕ ਗੱਲ ਜਿਹੜੀ ਇੱਥੇ ਕਰਨੀ ਬਣਦੀ ਆ, ਅੱਜ ਜਿਹੜੇ ਸਮੇਂ ਤੋਂ ਸੰਘਰਸ਼ ਉੱਠਦੇ ਆ, ਸੰਘਰਸ਼ ਉੱਠਦੇ ਆ ਪੰਜਾਬ ਦੇ, ਸੰਘਰਸ਼ ਉੱਠਦੇ ਆ ਸਾਡੇ ਅਵਚੇਤਨ ਮਨ ਚੋਂ, ਸਾਡੇ ਜਜ਼ਬੇ ਚੋਂ, ਤੇ ਜਦੋਂ ਕੋਈ ਸਾਡੇ ਤੇ ਭੀੜ ਪੈਂਦੀ ਆ, ਸਾਡੇ ਬੰਦੇ ਮਰਦੇ ਆ, ਅਸੀਂ ਬੰਦਿਆਂ ਦੇ ਮੁੱਲ ਪਾਉਣ ਲੱਗ ਜਾਂਦੇ ਆ। ਇਹ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਅੱਜ, ਉਹ ਇਸ ਕਰਕੇ ਕਰ ਰਿਹਾ, ਹਰ ਗੱਲ ਨੂੰ ਵਪਾਰਕ ਦ੍ਰਿਸ਼ਟੀ ਚੋਂ, ਹਰ ਗੱਲ ਨੂੰ ਆਰਥਿਕ ਦ੍ਰਿਸ਼ਟੀ ਚੋਂ ਦੇਖਣਾ ਬੰਦ ਕਰੀਏ। ਪਹਿਲਾਂ ਤਾਂ ਜੇ ਜਜ਼ਬੇ ਚੋਂ ਲੜਦੇ ਹੋ ਤਾਂ ਉਹਦਾ ਹੱਲ ਵੀ ਜਜ਼ਬੇ ਚੋਂ ਲੱਭਣਾ ਸ਼ੁਰੂ ਕਰੀਏ, ਫੇਰ ਹੀ ਅਸੀਂ ਕਿਸੇ ਪਾਸੇ ਨੂੰ ਤੁਰਾਂਗੇ, ਸਾਡਾ ਫੌ ਪਊਗਾ ਉੱਥੇ ਜਾ ਕੇ। ਅਦਰਵਾਈਜ਼ ਹਰ ਗੱਲ ਨੂੰ ਜਿਵੇਂ ਇਹ ਵਪਾਰਕ ਦ੍ਰਿਸ਼ਟੀ ਚੋਂ ਅਸੀਂ ਦੇਖਣਾ ਸ਼ੁਰੂ ਕਰਤਾ, ਤੇ ਫਿਰ ਜੇ ਅਸੀਂ ਕਹੀਏ ਵੀ ਅਸੀਂ ਆਪਦਾ ਸਮਾਜ ਸੁਧਾਰ ਲਾਂਗੇ, ਪੰਜਾਬ ਨੂੰ ਕੋਈ ਇੱਥੇ ਸੋਸ਼ਲ ਸਟਰਕਚਰ ਦਾ ਜਾਂ ਪੋਲੀਟੀਕਲ ਸਟਰਕਚਰ ਦਾ ਹੱਲ ਦੇ ਦਾਂਗੇ, ਤਾਂ ਇਹ ਸਾਡੇ ਕੋਲੇ ਇਹ ਟਾਈਮ ਪਾਸ ਕਰਨ ਵਾਲੀ ਗੱਲ ਆ, ਜਾਂ ਇਟਸ ਅ ਡੇ ਡ੍ਰੀਮਿੰਗ। ਇਹ ਸਾਡੇ ਕੋਲੋਂ ਨਾ ਤਾਂ ਹੱਲ ਮਿਲਣੇ ਆ ਤੇ ਨਾ ਹੀ ਅਸੀਂ ਇੱਥੇ ਕੁਝ ਸੁਧਾਰ ਕਰ ਸਕਦੇ ਹਾਂ। ਸੋ ਇਸ ਲਈ ਪੁਰਾਣੀਆਂ ਜਾਂ ਜਿਹੜੇ ਸਾਡੇ ਮਨਾਂ 'ਚ ਇੱਕ ਇੰਡੀਅਨ ਸਟੇਟ ਨੇ, ਇੱਕ ਨੇਸ਼ਨ ਸਟੇਟ ਦੇ ਕਨਸੈਪਟ ਪੈਦਾ ਕੀਤੇ ਹੋਏ ਆ ਨਾ, ਉਹਨਾਂ ਨੂੰ ਤੋੜੋ, ਆਪਦੀਆਂ ਕਦਰਾਂ ਕੀਮਤਾਂ ਨੂੰ ਸੰਭਾਲ ਕੇ ਰੱਖੋ। ਗੁਲਾਮੀ ਦੇ ਪੱਟੇ ਮਨਾਂ 'ਚੋਂ ਵੀ ਲਾਓ ਤੇ ਗਲਾਂ 'ਚੋਂ ਵੀ ਲਾਓ। ਜਦੋਂ ਤੱਕ ਇਹ ਨਹੀਂ ਲਾਉਂਦੇ ਉਦੋਂ ਤੱਕ, ਔਰ ਜਦੋਂ ਤੱਕ ਅਸੀਂ ਨਵੇਂ ਸਟਰਕਚਰ ਨੂੰ ਨਹੀਂ ਸਿਰਜਦੇ, ਨਵੇਂ ਸਿਰਿਓਂ ਗੱਲਾਂ ਨੂੰ ਨਹੀਂ ਸਮਝਦੇ, ਉਦੋਂ ਤੱਕ ਜੇ ਅਸੀਂ ਕਹਾਂਗੇ ਵੀ ਇੱਥੇ ਤਣਾਅ ਟਕਰਾਅ ਪੈਦਾ ਹੋਣਾ ਬੰਦ ਹੋ ਜਾਊਗਾ, ਜਾਂ ਇੱਥੇ ਕਦੇ ਕਾਮਰੇਡ ਆ ਜਾਂਦੇ ਆ, ਉਹ ਆਪਦੇ ਹਿਸਾਬ ਨਾਲ ਗੱਲਾਂ ਨੂੰ ਸਿਰਜਣ ਲੱਗ ਜਾਂਦੇ ਆ, ਕਦੇ ਸਰਕਾਰ ਇੱਥੇ ਕਾਂਗਰਸੀ ਅਕਾਲੀ ਆਪਦੇ ਹਿਸਾਬ ਨਾਲ ਸਿਰਜਣ ਲੱਗ ਜਾਂਦੇ ਆ। ਆਪਦੀਆਂ ਕਦਰਾਂ ਕੀਮਤਾਂ ਸਾਡੇ ਗੁਰੂਆਂ ਨੇ, ਸਾਡੇ ਰਹਿਬਰਾਂ ਨੇ ਸਾਨੂੰ ਬੜੇ ਸਟਰੋਂਗ, ਬੜੇ ਸਾਡੇ ਅੰਦਰ ਉਹ ਜਿਹੜੀਆਂ ਚਿਣਗਾਂ ਲਾਈਆਂ ਹੋਈਆਂ, ਉਹ ਸਾਡੇ ਅੰਦਰ ਰੂਹ 'ਚ ਪਈਆਂ, ਉਹਨਾਂ ਨੂੰ ਕਿਵੇਂ ਅਸੀਂ ਵਿਸਾਰ ਜਾਂਗੇ। ਇੱਕ ਗੱਲ ਸ਼ਹਾਦਤ ਤੇ ਆਈ, ਇੱਕ ਸ਼ਹੀਦੀ ਤੇ ਆਈ, ਰੋਜ਼ ਅਰਦਾਸ ਕਰਦੇ ਆ ਗੁਰਦੁਆਰਾ ਸਾਹਿਬ ਜਾ ਕੇ। ਤੁਸੀਂ ਆਪਦੇ ਆਪ ਤੋਂ ਇਹ ਪੁੱਛੋ ਵੀ ਅਰਦਾਸ 'ਚ ਜਦੋਂ ਸਿੰਘ ਸ਼ਹੀਦਾਂ ਦੀ ਗੱਲ ਆਉਂਦੀ ਆ ਤੇ ਕਿਸ ਤਰ੍ਹਾਂ ਸਜਦਾ ਕਰਦੇ ਆ ਉਹਨਾਂ ਨੂੰ ਅਸੀਂ। ਪਰ ਜਦੋਂ ਇਸ ਗੱਲ ਤੇ ਕੋਈ ਵਿਵਾਦ ਉੱਠਦਾ, ਕੋਈ ਵੀ ਪੰਥਕ ਸ਼ਖਸੀਅਤ ਜਾਂ ਕੋਈ ਵੀ ਸਾਡਾ ਪੰਥਕ ਆਗੂ ਜਾਂ ਉਹ ਜਿਹਨੂੰ ਪੰਜਾਬ ਦਾ, ਇਸ ਸਮਾਜ ਦਾ ਦਰਦ ਆ, ਜਿਹੜਾ ਕਦਰਾਂ ਕੀਮਤਾਂ ਨੂੰ ਸਾਂਭ ਕੇ ਰੱਖਣਾ ਚਾਹੁੰਦਾ, ਅੱਗੇ ਆ ਕੇ ਜਵਾਬ ਨਹੀਂ ਦਿੰਦਾ, ਅੱਗੇ ਆ ਕੇ ਖੜਾ ਨਹੀਂ ਹੁੰਦਾ। ਕਿਉਂਕਿ ਅਗਲਾ ਕਹਿੰਦਾ ਮੈਂ ਕੀ ਲੈਣਾ, ਇਹ ਤਾਂ ਰਾਈਟ ਟਾਈਮ ਹੀ ਨਹੀਂ ਆ। ਰਾਈਟ ਤੇ ਰੋਂਗ ਟਾਈਮ ਕੀ ਹੁੰਦਾ, ਇਹ ਕੋਈ ਮਿੱਥ ਕੇ ਥੋੜੀ ਗੱਲ ਕਰਦਾ ਵੀ ਇਹ ਰਾਈਟ ਤੇ ਰੋਂਗ ਟਾਈਮ ਆ। ਉਹ ਕਿਸੇ ਡਿਸਕਸ਼ਨ ਚੋਂ, ਕਿਸੇ ਖਾਸ ਤਰ੍ਹਾਂ ਦੇ ਮਾਹੌਲ ਚੋਂ ਇੱਕ ਗੱਲ ਇਵੋਲਵ ਹੋ ਕੇ ਸਾਹਮਣੇ ਆਉਂਦੀ ਆ, ਉਹਦੇ ਤੇ ਚਰਚਾ ਛਿੜ ਜਾਂਦੀ ਆ, ਫਿਰ ਉਸ
ਚਰਚਾ ਨੂੰ ਅਸੀਂ ਹਮੇਸ਼ਾ ਹੀ ਪ੍ਰੋਪੇਗੈਂਡਾ ਲੈਂਗੁਏਜ 'ਚ ਯੂਜ਼ ਕਰਦੇ ਹਾਂ। ਹੁਣ ਪ੍ਰੋਪੇਗੈਂਡਾ ਲੈਂਗੁਏਜ ਕੀ ਆ? ਇਹ ਤਾਂ ਬੀਜੇਪੀ ਦਾ, ਇਹਨੂੰ ਕਿਸਾਨੀ ਸੰਘਰਸ਼ ਨਾਲ ਕੋਈ ਸਰੋਕਾਰ ਨਹੀਂ ਆ, ਇਹਦਾ ਉਹਦਾ ਨਾਲ ਕੋਈ ਨਾਤਾ ਨਹੀਂ ਆ। ਇਹ ਤਾਂ ਸਰਕਾਰ ਦਾ ਪਲਾਂਟਡ ਬੰਦਾ। ਸਰਕਾਰ ਦੇ ਪਲਾਂਟਡ ਤਾਂ ਤੁਸੀਂ ਹੋ ਜਿਹੜੇ ਗਲਾਂ 'ਚ ਗੁਲਾਮੀ ਦੇ ਪੱਟੇ ਪਾ ਕੇ ਜੰਤਰ ਮੰਤਰ ਜਾ ਕੇ ਬੈਠੇ ਹੋ। ਦੀਪ ਸਿੱਧੂ ਕਿਵੇਂ ਹੋ ਗਿਆ? ਦੀਪ ਸਿੱਧੂ ਤਾਂ 3 ਮਹੀਨੇ ਜੇਲ੍ਹ ਚ ਲਾ ਕੇ ਆਇਆ। ਦੀਪ ਸਿੱਧੂ ਤਾਂ ਉਹ ਤਸੀਹੇ ਕੱਟ ਕੇ ਆਇਆ ਜਿਹੜੇ ਹੋ ਸਕਦਾ ਮੈਂ ਸੋਚੇ ਵੀ ਨਾ ਹੋਣ। ਤੇ ਸਰਕਾਰ ਦੇ ਬੰਦੇ ਤਾਂ ਤੁਸੀਂ ਹੋ। ਸੋ ਇਸ ਕਰਕੇ ਜਿਹੜੇ ਜਦੋਂ ਕੱਚੇ ਪੈ ਗਏ ਨਾ, ਫਿਰ ਭਾਜਦਿਆਂ ਨੂੰ ਬਾਣ ਇੱਕੋ ਜਿਹੀ ਹੁੰਦੇ ਆ। ਫਿਰ ਦੇਖਾਂਗੇ ਕਿਹੜੇ ਭਾਅ ਵਿਖਦੀ ਆ, ਉਹਨਾਂ ਰਾਹਾਂ ਤੇ ਨਾ ਪਾਓ। ਇਸ ਟਾਈਮ ਤੁਹਾਡੇ ਨਾਲ ਖੜੇ ਆ। ਕਿਸਾਨੀ ਸੰਘਰਸ਼ ਸਾਡਾ ਆਪਦਾ ਸੰਘਰਸ਼ ਆ। ਇਸ ਟਾਈਮ ਉੱਥੇ ਹਰ ਰੂਹ ਨੂੰ ਸਿਜਦਾ ਜਿਹੜੀ ਬੈਠੀ ਆ, ਜਿਹੜੇ ਆਪਦੇ ਆਪ ਦੀਆਂ ਜਾਨਾਂ ਕੁਰਬਾਨ ਕਰ ਗਏ, ਉਹਨਾਂ ਨੂੰ ਵੀ ਸਿਜਦਾ। ਉਹਨਾਂ ਨੂੰ ਹਮੇਸ਼ਾ ਹੀ ਅਸੀਂ ਇਹ ਕਹਿੰਦੇ ਰਹਾਂਗੇ ਵੀ ਅਸੀਂ ਤੁਹਾਡੇ ਦੇਣਦਾਰ ਹਾਂ ਜੀ। ਤੁਸੀਂ ਜਿਹੜਾ ਜਜ਼ਬਾ ਤੇ ਜਿਹੜਾ ਸੰਘਰਸ਼ ਕੀਤਾ ਉਹ ਬਾਕਮਾਲ ਆ। ਪਰ ਇਹਨੂੰ ਕਿਸੇ ਹੋਰ ਪਾਸੇ ਗੱਲ ਲੈ ਕੇ ਜਾਣੀ ਤੇ ਦੀਪ ਸਿੱਧੂ ਨੂੰ ਐਂਟੀ ਸੋਸ਼ਲ ਜਾਂ ਐਂਟੀ ਪੰਜਾਬ ਜਾਂ ਕੋਈ ਗਵਰਨਮੈਂਟ ਦਾ ਪਲਾਂਟਡ ਬੰਦਾ ਪ੍ਰੂਵ ਕਰਨ ਦੀ ਕੋਸ਼ਿਸ਼ ਕਰਨੀ, ਤਾਂ ਇਹਦੇ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਹੁਣ ਨਗਦੋ ਨਗਦੀ ਦਿਆ ਕਰੂੰਗਾ। ਹੁਣ ਅਪੋਲੋਜੈਟਿਕ ਅਪਰੋਚ ਨਹੀਂ ਆ, ਨਗਦੋ ਨਗਦੀ ਦਿਆ ਕਰੂੰਗਾ। ਜਿਹਨੇ ਮੇਰੇ ਤੋਂ ਲੈ ਕੇ ਜਾਣੇ ਆ, ਜਿਹੜਾ ਸਵਾਲ ਕਰੂਗਾ ਉਹਨੂੰ ਸਵਾਲਾਂ ਦੇ ਜਵਾਬ ਮਿਲਣਗੇ। ਜਿਹੜਾ ਤੌਮਤਾਂ ਹੀ ਲੈ ਕੇ ਆਊਗਾ ਉਹਨੂੰ ਫਿਰ ਭਾਜਦਿਆਂ ਨੂੰ ਬਾਣ ਇੱਕੋ ਜਿਹਾ ਹੋਇਆ ਕਰੂਗਾ ਤੇ ਨਗਦੋ ਨਗਦ ਵੰਡਿਆ ਕਰੂੰਗਾ। ਇੱਥੇ ਕੋਈ ਅਪੋਲੋਜੈਟਿਕ ਅਪਰੋਚ ਨਹੀਂ ਆ। ਪੰਜਾਬ ਲਈ ਲੜਾਂਗੇ, ਡਟ ਕੇ ਖੜਾਂਗੇ। ਤੇ ਜੇ ਤੁਸੀਂ ਜਿੱਦੇ ਦਿੱਲੀ ਦਾ ਕੋਈ ਸੁਨੇਹਾ ਦਿੱਤਾ ਵੀ ਹੁਣ ਮੱਥੇ 'ਚ ਵੱਜਣਾ ਜਾ ਕੇ ਦੀਪ ਸਿੱਧੂ ਨੂੰ ਯਾਦ ਕਰ ਲਿਓ, ਉਦੋਂ ਤੁਹਾਨੂੰ ਦਿਖਾਵਾਂਗੇ ਵੀ ਕਿਹੜੇ ਭਾਅ ਵਿਖਦੀ ਆ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।